रोड खराब करके भी जो कमीशन है वो भी हौली हौली जाता है ना, रोड खराब करके ताइयों टाइम लग रहा है। नहीं है इसका तो मैं क्या कह सकता हूँ कमीशन के बारे में है या नहीं, परंतु आम लोगों को चाहे हो या ना हो, पर आम लोगों को दुविधा नहीं आनी चाहिए। अधिकारी आ, तहसीलदार आ, SDM साहब आ, होर भी जिन्ने भी अधिकारी आ सारे इस रोड के उत्तों ही लंघते आ, पर आ जो खड्डा है किसी को नज़र नहीं आता। कोई निवेदा होना हा पानी दुकाना मूहरे इन्ना इन्ना मच्छर है, इन्ना इन्ना गंदा पानी है जो इन्हों की किसी की निगाह ही नहीं जाती भी निगाह मार गया ਅਸੀਂ ਵੋਟਾਂ ਲੈਣ ਵਾਰੀ ਭੱਜ ਕੇ ਆ ਜਾਂਦੇ ਆ। ਉਹ ਨਗਰ ਪਾਲਿਕਾ ਜਾਂਦੇ ਉਹ ਕਹਿੰਦੇ ਸਾਡਾ ਉਹ ਏਰੀਆ ਨਹੀਂ ਪੈਂਦਾ ਹੈਗਾ ਤੇ ਅਸੀਂ ਕਿੰਨਾ ਕੋਲ ਜਾਈਏ। ਜਦੋਂ ਵੋਟਾਂ ਲੈਣੀ ਆਉਂਦੀਆਂ ਉਦੋਂ ਏਰੀਆ ਪੈਂਦਾ, ਉਦੋਂ ਸਾਰੇ ਏਰੀਆ ਹੁੰਦੇ ਆ ਇਹਨਾਂ ਦੇ ਕਿਉਂ ਸਾਡਾ ਕੰਮ ਲੋਡ ਪੈ ਜਾਏ ਉਦੋਂ ਕਹਿੰਦੇ ਸਾਡਾ ਏਰੀਆ ਕੋਈ ਨਹੀਂ ਹੈਗਾ। ਕੰਮ ਕਰਦੇ ਹੋ ਕੰਮ ਕਰੀਏ ਕਿੱਧਰ ਜਾਈਏ ਜੀ, ਮੁਸ਼ਕ ਮਾਰਦੇ ਨਾ ਦੁਕਾਨ ਨਾਲ ਬੈਠਣ ਜੋਗਰੇ ਨਾ ਲੈਣ ਹੁੰਦੇ ਨਾ ਜੀ, ਅਸੀਂ ਪਰੇਸ਼ਾਨ ਹੋ ਰਹੇ ਹਾਂ ਜੀ। ਹਾਲਾਤ ਜੇ ਤਾਂ ਨਗਰ ਪਾਲਿਕਾ ਕੋਲੇ ਜਾਓ ਇਹ ਨਗਰ ਪਾਲਿਕਾ ਦਾ ਏਰੀਆ ਨਹੀਂ ਹੈ, ਜੇ PW ਵਾਲੇ ਕੋਲੇ ਜਾਓ ਉਹਨਾਂ ਦਾ ਏਰੀਆ ਨਹੀਂ। ਆਖਰ ਏਰੀਆ ਹੈ ਕਿਹਦਾ? ਵੋਟਾਂ ਲੈਣ ਵੇਰੀ ਸਾਰਿਆਂ ਦੇ ਏਰੀਏ ਇੱਕ ਹੋ ਜਾਂਦੇ ਆ। ਪਿੱਛੇ ਬਾਈਪਾਸ ਦੇ ਉੱਤੇ ਵੀ ਗੰਦਗੀ ਦੇ ਢੇਰ ਲੱਗੇ ਆ, ਉਹ ਵੀ ਨਗਰ ਪਾਲਿਕਾ ਦਾ ਏਰੀਆ ਨਹੀਂ ਆਉਂਦਾ। ਬਚਨ ਸਿੰਘ ਦੀ ਢਾਣੀ ਦਾ ਏਰੀਆ ਨਹੀਂ ਆਉਂਦਾ। ਫਿਰ ਇਹ ਲੋਕਾਂ ਨੂੰ ਜਿਹੜੇ ਸ਼ਹਿਰ ਦੀ ਜਨਤਾ ਨੂੰ ਦੱਸਿਆ ਵੀ ਏਰੀਆ ਹੈ ਕਿਹਦਾ ਤੇ ਲੋਕ ਕਿਹਦੇ ਕੋਲ ਜਾਣ ਇਹ ਆਪਣੀ ਸ਼ਿਕਾਇਤ ਲੈ ਕੇ। ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਜ਼ਾਦ ਆਵਾਜ਼। ਮੈਂ ਪ੍ਰਦੀਪ ਧੁੰਨਾ, ਕੈਮਰਾ ਸਹਿਯੋਗ ਸ਼ੇਰੇ ਦੇ ਨਾਲ। ਅੱਜ ਖੜਿਆ ਸਿਰਸਾ ਰੋਡ ਦੇ ਉੱਤੇ, ਜਿਹੜਾ ਰਸਤਾ ਤਹਿਸੀਲ ਨੂੰ ਜਾਂਦਾ। ਇੱਥੋਂ ਦੀ ਸੈਂਕੜੇ ਆ ਜਿਹੜੇ ਅਧਿਕਾਰੀ ਆ, ਤਹਿਸੀਲਦਾਰ ਆ, SDM ਸਾਹਿਬ ਆ, ਹੋਰ ਵੀ ਜਿੰਨੇ ਵੀ ਅਧਿਕਾਰੀ ਆ ਸਾਰੇ ਇਸ ਰੋਡ ਦੇ ਉੱਤੋਂ ਹੀ ਲੰਘਦੇ ਆ, ਪਰ ਆ ਜਿਹੜਾ ਖੱਡਾ ਇਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਇੱਥੇ ਆਏ ਦਿਨ ਗੱਡੀਆਂ, ਟਰੈਕਟਰ, ਟਰਾਲੀਆਂ ਪਲਟਦੀਆਂ ਵਾ ਤੇ ਨੁਕਸਾਨ ਹੁੰਦੇ ਆ। ਉਹ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ। ਇੱਥੇ ਖੜੇ ਆ ਸਾਰੇ ਦੁਕਾਨਦਾਰ ਖੜੇ ਆ ਵੀ ਕਿੰਨੇ ਟਾਈਮ ਤੋਂ ਜਿਹੜਾ ਖੱਡਾ ਬਣ ਰਿਹਾ ਵਾ ਤੇ ਹਜੇ ਤੱਕ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਕਿਉਂ ਨਹੀਂ ਆਇਆ। ਅੰਕਲ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ? ਹੋ ਗਿਆ ਹੁਣ ਮਹੀਨਾ, ਮੇਰੇ ਖਿਆਲ ਡੂਢ ਮਹੀਨਾ ਇੱਥੋਂ ਦੀ ਸਭ ਲੰਘਦੇ ਆ। ਕੋਈ ਨਿਵੇਦਾ ਹੋਣਾ ਹਾਂ ਪਾਣੀ ਦੁਕਾਨਾਂ ਮੂਹਰੇ ਇੰਨਾ ਇੰਨਾ ਮੱਛਰ ਹੈ, ਇੰਨਾ ਇੰਨਾ ਗੰਦਾ ਪਾਣੀ ਹੈ ਜੋ ਇਹਨਾਂ ਦੀ ਕਿਸੇ ਦੀ ਨਿਗਾਹ ਹੀ ਨਹੀਂ ਜਾਂਦੀ ਵੀ ਨਿਗਾਹ ਮਾਰ ਗਿਆ ਅਸੀਂ ਵੋਟਾਂ ਲੈਣ ਵਾਰੀ ਭੱਜ ਕੇ ਆ ਜਾਂਦੇ ਆ, ਮੁੜ ਕੇ ਕੋਈ ਸੰਭਾਲਦਾ ਨਹੀਂ, ਕਰਦਾ ਨਹੀਂ, ਲੈਣਾ ਨਹੀਂ, ਦੇਣਾ ਨਹੀਂ। ਇੱਥੇ ਇੱਕ ਦੋ ਦਿਨਾਂ ਦੇ ਵਿੱਚ ਟਰੈਕਟਰ ਟਰਾਲੀਆਂ ਵੀ ਕਾਫੀ ਪਲਟੀਆਂ ਬੂਰੇ ਦੀਆਂ ਭਰੀਆਂ ਟਰੈਕਟਰ ਅੱਜ ਕੱਲ ਭਰ ਕੇ ਲਗਾਏ ਆ, ਕੱਲ ਪਲਟੀ ਹੈ, ਸੱਟੋਂ ਬਚ ਗਏ ਵਾਵਾ। ਇੱਕ ਉਹ ਸਾਈਕਲ ਵਾਲਾ ਵਿਚਾਰਾ ਚਾਹ ਬਣਾਉਂਦਾ, ਉਹਦਾ ਪਰਸੋਂ ਸਾਈਕਲ ਵਿੱਚ ਵੱਜਿਆ, ਸਾਰੇ ਬੂਟ ਬਾਟ ਸਾਰੇ ਬਲੀਡੇ ਲੂੜੇ ਹੋਏ ਸਾਰੇ ਭਰ ਕੇ ਗਾਰੇ ਨਾਲ। ਗੰਦਾ ਪਾਣੀ ਹੈ ਸੀਵਰੇਜ ਦਾ, ਇਹ ਲੋਕਾਂ ਦੀ ਗੰਦਗੀ ਹੈ। ਸਾਡੀਆਂ ਦੁਕਾਨਾਂ ਮੂਹਰੇ ਦੇਖੋ ਆ ਕੇ ਕੀ ਹਾਲ ਹੈ। ਵੀਰੇ ਕਿਸੇ ਨੂੰ ਇਹਦਾ ਤੁਸੀਂ ਮੰਗ ਪੱਤਰ ਵੀ ਦਿੱਤਾ ਲਿਖਤੀ ਰੂਪ ਦੇ ਵਿੱਚ ਵੀ ਇਹਨੂੰ ਸਹੀ ਕੀਤਾ ਜਾਵੇ? ਨਹੀਂ ਜੀ, ਆਨਲਾਈਨ ਰਿਪੋਰਟ ਦਿੱਤੀ ਸੀਗੀ 2-3 ਜਣਿਆਂ ਨੇ ਅਸੀਂ ਮਾਰਕੀਟ 'ਚੋਂ, ਪਰ ਉਹਦੀ ਕੋਈ ਗੌਰ ਨਹੀਂ ਹੋਈ ਜੀ। ਕੀ ਕਹਿਣਾ ਚਾਹੋਗੇ ਅੰਕਲ ਜੀ? ਤੁਹਾਡਾ ਉਹਦੇ ਹੋਟਲ ਆ ਸਾਹਮਣੇ, ਇੱਕ ਪਾਸੇ ਤਾਂ ਕਰੋਨਾ ਦੀ ਬਿਮਾਰੀ ਨੂੰ ਲੈ ਕੇ ਸਰਕਾਰ ਚੱਲਦੀ ਹੈ ਨਾ, ਦੂਜੇ ਪਾਸੇ ਆ ਗੰਦ ਫੈਲਾ ਰੱਖਿਆ ਜਿਹੜਾ। ਗੰਦ ਫੈਲਾ ਰਿਹਾ, ਕੋਈ ਸੁਣਾਈ ਨਹੀਂ ਕਰਦਾ ਜੀ। 2 ਮਹੀਨੇ ਹੋ ਗਏ ਕਲੱਬ ਤੋਂ ਨਗਰ ਪਾਲਿਕਾ ਜਾਂਦੇ, ਉਹ ਕਹਿੰਦੇ ਸਾਡਾ ਉਹ ਏਰੀਆ ਨਹੀਂ ਪੈਂਦਾ ਹੈਗਾ ਤੇ ਅਸੀਂ ਕਿੰਨਾ ਕੋਲ ਜਾਈਏ। ਜਦੋਂ ਵੋਟਾਂ ਲੈਣੀ ਆਉਂਦੀਆਂ ਉਦੋਂ ਏਰੀਆ ਪੈਂਦਾ, ਉਦੋਂ ਸਾਰੇ ਏਰੀਆ ਹੁੰਦੇ ਆ ਇਹਨਾਂ ਦੇ ਕਿਉਂ ਸਾਡਾ ਕੰਮ ਲੋਡ ਪੈ ਜਾਏ ਉਦੋਂ ਕਹਿੰਦੇ ਸਾਡਾ ਏਰੀਆ ਕੋਈ ਨਹੀਂ ਹੈਗਾ। ਕਹਿੰਦੇ ਸਾਡਾ ਉਹ ਚੌਂਕ ਦਾ ਏਰੀਆ, ਸਾਡਾ ਅੱਗੇ ਏਰੀਆ ਹੀ ਕੋਈ ਨਹੀਂ ਹੈਗਾ ਤੇ ਅਸੀਂ ਸਾਡੀ ਦੁਕਾਨਦਾਰੀ ਸਾਰੇ ਬੰਦ, ਸਾਡੀ ਦੁਕਾਨਾਂ ਕਿਤੇ ਕੋਈ ਗੰਦ ਪਿਆ ਆ ਗਿਆ, ਕੋਈ ਪਾਣੀ ਪੀ ਕੇ ਰਾਜੀ ਨਹੀਂ, ਰੋਟੀ ਕਿਤੋਂ ਖਾਣੀ ਗਏ ਨੇ, ਮੁਸਕ ਮਾਰਦੀ ਹੈਗੀ ਹੈ। ਸਾਡੇ ਕੋਲ ਸੁਣਾਈ ਕੋਈ ਨਹੀਂ ਕਰਦਾ ਹੈਗਾ। ਇਸ ਤਰ੍ਹਾਂ ਜੀ ਵੀਰ ਜੀ ਇਸ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ। ਅਸੀਂ ਤਾਂ ਦਰਖਾਸਤ ਵੀ ਦੇ ਚੁੱਕੇ ਹਾਂ, ਬਾਕੀ ਕੋਈ ਸੁਣਾਈ ਨਹੀਂ ਕਰਦਾ। ਕਿਤੇ ਕੋਈ ਡਿੱਗ ਪੈਂਦਾ, ਕਿਤੇ ਕੋਈ ਡਿੱਗ ਪੈਂਦਾ, ਪਰੇਸ਼ਾਨੀ ਹੈ ਜੀ ਇਸ ਦੀ। ਦੁਕਾਨਾਂ ਦੇ ਅੱਗੇ ਗੰਦਾ ਪਾਣੀ ਮੁਸ਼ਕ ਮਾਰਦਾ, ਉੱਤੇ ਛਿੱਟੇ ਪੈਂਦੇ, ਪਰੇਸ਼ਾਨ ਹੈ ਜੀ। ਇਹ ਪਾਣੀ ਹੈ ਕਾਹਦਾ? ਸੀਵਰ ਦਾ ਜੀ, ਸੀਵਰ ਦਾ ਜੀ, ਸੀਵਰ ਦਾ ਪਾਣੀ ਹੈ ਜੀ। ਉਹ ਤੋਂ ਸੀਵਰ ਤੋਂ ਆ ਰਿਹਾ ਜੀ, ਸੀਵਰ ਤੋਂ ਆ ਰਿਹਾ ਜੀ, ਗੰਦਾ ਪਾਣੀ ਹੈ ਜੀ। ਉੱਪਰ ਹੁਣ ਸਾਧਨ ਟੱਪਦੇ ਦੇ ਉੱਪਰ ਛਿੱਟੇ ਪੈਂਦੇ ਆ ਜੀ। ਉੱਥੇ ਕੰਮ ਕਰਦੇ ਹੋ ਕੰਮ ਕਰੀਏ ਕਿੱਧਰ ਜਾਈਏ ਜੀ, ਮੁਸ਼ਕ ਮਾਰਦਾ ਨਾ ਦੁਕਾਨ ਨਾਲ ਬੈਠਣ ਜੋਗਰੇ ਨਾ ਲੈਣ ਹੁੰਦੇ ਨਾ ਜੀ, ਅਸੀਂ ਪਰੇਸ਼ਾਨ ਹੋ ਰਹੇ ਹਾਂ ਜੀ। ਬਿਮਾਰੀ ਅੱਗੇ ਚੱਲ ਰਹੀ ਹੈ ਕਿ ਨਹੀਂ ਜੀ, ਕਿ ਨਾ ਕਰੋਨਾ ਚੱਲ ਰਹੀ ਹੈ ਤੇ ਕਿ ਨਾ ਹਾਲਾਤ ਵੇਖੋ ਜੀ। ਕਰੋਨਾ ਇਹਦੇ ਤੋਂ ਆਉਂਦੀ ਹੈ, ਗੰਦਗੀ ਤੋਂ ਬਣਦੀ ਹੈ ਜੀ, ਗੰਦਗੀ ਤੋਂ ਬਣ ਰਹੀ ਹੈ ਜੀ। ਇਹ ਆ ਮੌਜੂਦਾ ਪ੍ਰਸ਼ਾਸਨ ਦੇ ਹਾਲਾਤ। ਜੇ ਤਾਂ ਨਗਰ ਪਾਲਿਕਾ ਕੋਲੇ ਜਾਓ ਇਹ ਨਗਰ ਪਾਲਿਕਾ ਦਾ ਏਰੀਆ ਨਹੀਂ ਹੈ, ਜੇ PW ਵਾਲੇ ਕੋਲੇ ਜਾਓ ਉਹਨਾਂ ਦਾ ਏਰੀਆ ਨਹੀਂ। ਆਖਰ ਏਰੀਆ ਹੈ ਕਿਹਦਾ? ਵੋਟਾਂ ਲੈਣ ਵੇਰੀ ਸਾਰਿਆਂ ਦੇ ਏਰੀਏ ਇੱਕ ਹੋ ਜਾਂਦੇ ਆ। ਪਿੱਛੇ ਬਾਈਪਾਸ ਦੇ ਉੱਤੇ ਵੀ ਗੰਦਗੀ ਦੇ ਢੇਰ ਲੱਗੇ ਆ, ਉਹ ਵੀ ਨਗਰ ਪਾਲਿਕਾ ਦਾ ਏਰੀਆ ਨਹੀਂ ਆਉਂਦਾ। ਬਚਨ ਸਿੰਘ ਦੀ ਢਾਣੀ ਦਾ ਏਰੀਆ ਨਹੀਂ ਆਉਂਦਾ। ਫਿਰ ਇਹ ਲੋਕਾਂ ਨੂੰ ਜਿਹੜੇ ਸ਼ਹਿਰ ਦੀ ਜਨਤਾ ਨੂੰ ਦੱਸਿਆ ਵੀ ਏਰੀਆ ਹੈ ਕਿਹਦਾ ਤੇ ਲੋਕ ਕਿਹਦੇ ਕੋਲ ਜਾਣ ਇਹ ਆਪਣੀ ਸ਼ਿਕਾਇਤ ਲੈ ਕੇ। ਧੰਨਵਾਦ। ਵੀ ਆ ਜਿਹੜੇ ਪੌਦੇ ਲੱਗੇ ਆ ਰੋਡ ਦੇ ਉੱਤੇ, ਇਹਨਾਂ ਦੀ ਸੁੰਦਰਤਾ ਜਿਹੜੀ ਇਹਨਾਂ ਵੱਲੋਂ ਕੀਤੀ ਗਈ ਸੀ, ਪੌਦੇ ਲਾਏ ਗਏ ਤੇ ਹੋਰ ਵੀ ਬਾਜ਼ਾਰ ਦੇ ਵਿੱਚ ਜੇ ਸਾਫ਼ ਸਫਾਈ ਦਾ ਕੰਮ ਹੁੰਦਾ, ਪਰ ਪ੍ਰੇਮੀ ਨੂੰ ਆ ਖੱਡਾ ਨਹੀਂ ਦਿਖਦਾ। ਹਰ ਰੋਜ਼ ਤਹਿਸੀਲ ਜਾਂਦੇ ਆ, प्रेमी जी कल कहता इससे नुकसान होता है, जिम्मेवार कौन है? नहीं, यह पता तो है इस गड्ढे का, इसके बारे में अवगत भी करवा दिया था, अपने जेई साहब को भी कहा हुआ है, क्योंकि यहाँ जो पानी आ रहा है ये सीवरेज का पानी है जो यहाँ पर कई दिनों से इकट्ठा हो रहा है और इसके अंदर भारी भरकम गड्ढे बन चुके हैं, बिल्कुल खतरे की घंटी है ये। और जब कुछ पूछने पता लगता है कि यहाँ पर मेरे ख्याल के अंदर ज़्यादा से ज़्यादा या
3-4 महीनों के बाद ये हाल हो ही जाता है। और यहाँ एक जई साहब का ये भी कहना था, यहाँ एक कुछ सर्विस पॉइंट है, जैसे व्हीकल को वॉश करते हैं, उनका जो रेता होता है वो सीवर के अंदर फंस जाता है। बार बार साफ करने के बाद में वो सफाई नहीं हो पा रही। तो एक बार मशीन भी रात को लगी हुई थी, वो भी कर रही थी, परंतु यहाँ पर जो डिफिकल्टी है, जो असल प्रॉब्लम आ रही है, वह जो विभाग है उसको सही करवा देना चाहिए ताकि आम लोगों को इसका नुकसान ना हो। MC ਦੇ ਤੌਰ ਤੇ ਐਲਾਹਾਬਾਦ ਦੇ ਵਿੱਚ ਵਾਰਡ ਨੰਬਰ 3 ਪਹਿਲੇ ਨੰਬਰ ਤੇ ਆ ਰਿਹਾ ਤੇ ਤੁਸੀਂ ਉਹਦੇ MC ਹੋ। ਇੱਕ ਸਿਰਸਾ ਰੋਡ ਦੀਆਂ ਲਾਈਟਾਂ ਜਿਹੜੀਆਂ ਪਿਛਲੇ 2 ਮਹੀਨੇ ਤੋਂ ਪੂਰੇ ਤਹਿਸੀਲ ਤੱਕ ਬੰਦ ਹੋ ਰਹੀਆਂ, ਸਰ ਇੱਧਰ ਵੀ ਕੋਈ ਧਿਆਨ ਨਹੀਂ ਦੇ ਰਿਹਾ ਕਿ ਤੁਸੀਂ ਮਿਲ ਕੇ ਕੋਈ ਡਿਪਾਰਟਮੈਂਟ ਦੇ ਨਾਲ ਗੱਲਬਾਤ ਕਰਕੇ ਉਹਨੂੰ ਸਹੀ ਕਰਾਓ ਤਾਂ ਕਿ ਜਿਹੜੇ ਆ ਨੁਕਸਾਨ ਆ, चोरियां हो रही हैं, उन्हें तो बचाव हो सके। मैंने एक पीछे जो वीडियो देखी थी, आपने लगाई थी देवीलाल चौक से लेकर टिब्बी अड्डे तक जो लाइटें खराब की लगाई थी, उसका मैंने आपसे 1 महीने पहले लिखित रूप में दिया हुआ था। बाईपास से लेकर जो अपने उधम सिंह चौक बाईपास से लेकर जो मेन जो अपना बाजार है पंचमुखी चौक तक, वहाँ मैंने रात को एक लाइट की काउंटिंग करके एक लाइट लिख कर मैंने विभाग को जमा करवाई हुई है, नगर पालिका के अंदर जमा करवाइए, इनको दुरुस्त किया जाए। और वो वहाँ पर लग रहे हैं, हम दुरुस्त करवा रहे हैं धीरे धीरे। परंतु मैं ये कहूँगा कि जो चाल कछुए की होने की बजाय वो ना हो, चाल ऐसी हो कि जल्दी जल्दी वो कार्य होता रहे, क्योंकि कुछ सरकारी संस्थाएं होती हैं, जो ठेकेदार होते हैं, उनका कुछ न कहीं ऐसा रफड़ा हो जाता है, कहीं उसका बिल पे नहीं हुआ या और नहीं हुआ। ये हमें समय समय पर कर देना चाहिए ताकि हमारा शहर सुंदर और साफ रह सके। रोड खराब करके भी जो कमीशन है वो भी हौली हौली जाता है ना, रोड खराब करके ताई टाइम लग गया। नहीं है इसका तो मैं क्या कह सकता हूँ कमीशन के बारे में है या नहीं, परंतु आम लोगों को चाहे हो या ना हो, पर आम लोगों को दुविधा नहीं आनी चाहिए। कमीशन की जगह रह गया, आम लोगों को किसी तरह से दुविधा नहीं आनी चाहिए। यहाँ पर लोगों का क्या कसूर है? अगर यहाँ पर कोई गिर जाता है या किसी उस तरह कोई व्हीकल चलता है, उसके कपड़े मैले हो जाते हैं, सीवर का पानी उस पर गिरता है, आम लोगों का क्या कसूर है? ये तो दुरुस्त करवाना किसका काम है? ये तो उसका काम है जो स्वास्थ्य विभाग है, वो इसको दुरुस्त करवाए, या PWD महकमा है उसको नोट्स दे, लिखे भी हमारी जो सड़क है आपकी वजह से खराब हो रही है। परंतु ये तालमेल बना के रखना होगा इनको, आपसी में आचार जो पत्राचार जो इनको करना होगा, फिर ये कार्य दुरुस्त होंगे, क्योंकि कड़ी से कड़ी जुड़े हुए कार्य है। एक चीज़ आप होर देखते हैं, जो कोई शहर के मसला आता, चाहे वो लाइट का, चाहे पानी का, चाहे रोड का, जो डिपार्टमेंट नाल गलबात करी दी, वो कहते जी साडे एंटर च नहीं है जी, साडा इहदे ते कोई अधिकार नहीं। जो वोटां लैणियां होंदियां इसे रोड के उत्ते ही वो फिरदे हुंदे। नहीं, अधिकारियों के देखो जो अधिकार सीमा सरकार ने सीमित कर रखी है, उनको उतना की है जितना वो कर सकते हैं। परंतु जब तक ये आजकल जो टेंडर का काम हो चुका है, टेंडर के बगैर वो कुछ नहीं कर सकते। जब टेंडर लगेगा, जब आगे प्रोसेस होगा, तो उसके बाद में प्रत्येक कार्य चालू होगा। इलेक्शनों के अंदर राजनीति लोग आते हैं, वो अपना प्रचार के तौर पर अपनी वोट को हथियाने के लिए हर तरह का हथकंडे अपनाते हैं, परंतु अधिकारी ऐसा कार्य नहीं कर सकते। श्याम जी आ PWD तो आ, इन्हां दे नाल गलबात करांगे भी ये खड्डा वा पिछले काफ़ी टाइम तो हो रहा वा, ते इहदे विच आए दिन कोई ना कोई ट्रैक्टर ट्राली मोटरसाइकिल डिगदा वा ते नुकसान होंदा, भी ये किन्ने दिनां दे विच इहनूं ठीक करनगे? सर नमस्कार। नमस्कार जनाब, आपका धन्यवाद है चैनल का। और इसका जो खड्डा है ये सीवर लाइन ब्लॉक है जी, तो हमने पब्लिक हेल्थ जन स्वास्थ्य विभाग को सूचित कर दिया गया, वो पानी सूखते ही हम कर देंगे। और कल यहाँ एक ट्राली पलट गई थी और उसकी हमें सूचना मिलते ही इसमें मटेरियल हमने डाल दिया था, वो सूखा मटेरियल था। लुक का काम है, वो पानी सूखने के बाद हम करवा देंगे जी उसी टाइम। अब जन स्वास्थ्य विभाग का भी इस लाइन को खोलता है और ये महीने 2 महीने में रोजाना बंद होती है, तो हम बार बार कहते हैं फिर भी कार्रवाई नहीं हो रही। जिवें पानी तो आम आप देख रहे हैं दुकानदारों का भी हो सकता है ना, जो परली साइड तो आ रहा, पेट्रोल पंप के कोल पानी आ रहा, सीवरेज उत्थों बंद है, वो भी किते ना किते दिक्कत है भी जो पानी नजायज डोलते लोग है ना। ये एक सर्विस स्टेशन है जी, इसका पानी पहले आया करता, उसको हमने बंद करवा दिया। जो आगे दुकानों की तरफ गया, एक हलवाई का थोड़ा बहुत आता है, वो इधर नहीं आता जी, वो उधर जाता है। और ये सारा पानी सीवर लाइन का है, ये 1 सप्ताह से चल रहा है ये। सर सिरसा रोड के उत्ते जो आप तहसील में जाने हैं, उत्थे एक रोड खराब हो रहा जिथों रूपनगर नूं रस्ता मुड़दा, ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਸੀਵਰੇਜ ਆ ਉਹ ਬੰਦ ਹੋਣ ਦੇ ਕਾਰਨ ਉੱਥੇ ਪਾਣੀ ਇਕੱਠਾ ਹੁੰਦਾ ਤੇ ਉਹ ਖੱਡਾ ਬਣਾਇਆ ਬਹੁਤ ਡੂੰਘਾ, ਉਹਦੇ ਵਿੱਚ ਆਏ रोज कोई ना कोई नुकसान हो रहा था। ਤੁਹਾਡਾ डिपार्टमेंट ਉਹਦੇ ਲਈ ਕੀ कर रहे हैं? इसमें जैसे ही वो रुकावट की वो मिली थी हमारे उसमें संज्ञान में आया, तो पहले मशीन नहीं थी यहाँ पर इलाहाबाद में, हमारे पास मशीन नहीं है सीवर क्लीनिंग मशीन के लिए, तो बाहर से मशीन मंगवाई है, उसमें पानी निकाल दिया गया है और नोजल लगा रहे हैं ताकि जो सीवरेज लाइन में रुकावट है उसको खोल दिया जाए। ये उससे आगे एक
सर्विस स्टेशन है, वो पानी सर्विस स्टेशन से जैसे वो व्हीकल धोते हैं तो वो रोड पे आ रहा है, वो उसका ज़्यादा पानी हमारा सीवर का भी गया है, लेकिन जो पानी जो सीवर रुका हुआ था, हमने वो मशीन लगा करके खुलवा दिया है। और भी उसकी सही तरीके से खुलवाने की लाइन को खुलवाने की कोशिश में लगे हुए हैं। पहले भी बंदे हर रोज उसको पट्टियों से खोल के आ रहे थे, लेकिन उसमें ज़्यादा सिल्ट जैसे ये क्या नाम है सर्विस स्टेशन की सिलसिले की रिपेयर वर्क की जो ग्रीस वगैरह चला गया तो लाइन में जम जाता है, और लाइन में ग्रीस के साथ मिट्टी जम जाती है, वो उससे पानी को आगे नहीं जाने देती है, रुकावट पैदा हो जाती है। और इसमें जो आदमी कूड़ा करकट गोबर सब कुछ इसके अंदर लाइन के अंदर डाल देते हैं, उससे भी इसमें रुकावट हो जाती है। हमारा प्रयास है भी हमारी वजह से किसी को दिक्कत ना हो, और हम समय समय पर इसको साफ करवाते रहते हैं।